अपडेट जी आ रही है कि अंबाला दे विच जिहड़ा शख्स फड़िया गया, कोई शक्की व्यक्ति फड़िया गया है, कौन है, उस बारे की सुराग लग्या, की कनैक्शन उस व्यक्ति का हो सकता है, कोई असिधे तरीके नाल है या सीधे तरीके नाल है, कुछ भी पता चल पाया है? देखो विजय, ये जिहड़ा सस्पैक्ट हिरासत च लिता गया है, इहदे कोलों हुण पुछगिछ की जा रही है, क्योंकि जिहड़ी साडे कोल जानकारी है, जिहड़ी पुलिस सोर्स सी तो साडे कोल जानकारी मिली है कि जिहड़ा स्टेट इंटैलीजेंस हैडकुआटर ते हमला होया है, उस तो बाद जिहड़ी गड्डी यूज हुई सी स्विफ्ट, जिहड़ा आपां जिक्र पहला भी कीता सीगा, जिहड़ा आई विटनेस है ਉਹਦੇ ਕੋਲੋਂ कई जानकारी ਜਿਹੜੀ ਹੈ पुलिस ਨੂੰ ਇਕੱਠੀ ਹੋਈ ਤੇ ਉਸ ਤੋਂ ਬਾਅਦ ਜਦ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਹੀ ਖੂਫੀਆ ਏਜੰਸੀ ਦੇ ਨਾਲ ਹੋਰ ਵੀ ਜਿਹੜੇ ਟੀਮ SIT ਜਿਹੜੀ ਬਣਾਈ ਗਈ ਸੀ ਉਹ ਅਲਰਟ ਹੋ ਗਈ ਸੀ। ਇਹ ਜਿਹੜੀ ਸਵਿਫਟ ਹੈ ਇਹ ਗੱਡੀ ਇਸ ਤੋਂ ਹਮਲਾ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਿੱਧਾ ਵਾਇਆ 에ਅਰਪੋਰਟ ਰੋਡ ਹੋ ਕੇ ਡੇਰਾਬੱਸੀ ਤੋਂ ਦੱਪੜ ਟੋਲ ਪਲਾਜ਼ਾ ਤੇ ਟੋਲ ਤੇ ਉਹ ਸਿੱਧਾ ਅੰਬਾਲਾ ਸਾਈਡ ਗਏ। ਹਾਲਾਂਕਿ ਪੁਲਿਸ ਵੱਲੋਂ ਜਿਹੜੇ ਸਾਡੇ ਪੁਲਿਸ ਸੋਰਸਿਸ ਨੇ ਉਹ ਜਾਣਕਾਰੀ ਦੇ ਰਹੇ ਨੇ ਕਿ ਇੱਕ ਜਿਹੜਾ ਸਸਪੈਕਟ ਹੈ ਉਹਨੂੰ ਹਿਰਾਸਤ 'ਚ ਲੈ ਕੇ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਅੰਬਾਲਾ ਦੇ ਨਾਲ ਕਈ ਜਿਹੜੇ ਪਿੰਡ ਨੇ ਉੱਥੇ ਵੀ ਜਾ ਕੇ ਸਰਚ ਅਭਿਆਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜੀ ਸਵਿਫਟ ਗੱਡੀ ਹੈ, ਜਿਹੜੇ ਬੰਦੇ 3 ਤੋਂ 4 ਬੰਦੇ ਦੱਸੇ ਜਾ ਰਹੇ ਨੇ ਜਿਹੜੇ ਸਸਪੈਕਟ ਨੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਹੁਣ NIA ਥੋੜੀ ਦੇਰ ਪਹਿਲਾਂ ਆਪਾਂ ਗੱਲ ਕਰੀਏ ਮਿਲਟਰੀ ਵੀ ਇੱਥੇ ਪਹੁੰਚੇ ਸੀ ਤੇ ਮਿਲਟਰੀ ਦੇ ਨਾਲ NIA ਦੇ ਜਿਹੜੇ ਆਫੀਸਰਸ ਨੇ ਉਹਨਾਂ ਨੇ ਵੀ ਇੱਥੇ ਆ ਕੇ ਮੁਆਇਨਾ ਕੀਤਾ ਹੈ ਤੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਕਲੈਕਟ ਕੀਤੀ ਹੈ, ਕਿਉਂਕਿ ਹੁਣ DGP ਜਿੱਦਾਂ ਦੱਸ ਰਹੇ ਸੀ ਵਿਜੇ ਕਿ ਲੀਡ ਜਿਹੜੀ ਹੈ ਪੁਲਿਸ ਨੂੰ ਕਈ ਮਿਲੀ ਹੈ ਤੇ ਜਲਦੀ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਹੋਏਗੀ। CM ਵੱਲੋਂ ਵੀ ਇਹ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਤੇ ਹੁਣ ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਸਾਰੀ ਹੁਣ ਕਹਿ ਸਕਦੇ ਆ ਕਿ ਕਾਫੀ ਲੀਡ ਜਿਹੜੀ ਹੈ ਉਹ ਪੁਲਿਸ ਨੂੰ ਮਿਲੀ ਹੈ। ਜਿੱਦਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਸਪੈਕਟ ਜਿਹੜਾ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸੇ ਸਟੇਟ ਇੰਟੈਲੀਜੈਂਟ ਹੈਡਕੁਆਟਰ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਹੜੀ ਵੀ ਟਾਰਗੇਟ ਕੀਤਾ ਹੈ, ਉਹ ਸਾਰੇ ਹੁਣ ਕ੍ਰਾਈਮ ਸੀਨ ਜਿਹੜਾ ਉਹ ਰੀਕ੍ਰੀਏਟ ਕੀਤਾ ਜਾ ਰਿਹਾ ਹੈ। ਕਿਉਂਕਿ ਜਿਹੜੀ NIA ਇੱਥੇ ਪਹੁੰਚੀ ਸੀ ਤੇ ਮਿਲਟਰੀ ਦੇ ਜਿਹੜੇ ਅਫਸਰ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਰਾ ਜਾਇਜ਼ਾ ਲਿੱਤਾ ਹੈ। ਜਾਇਜ਼ਾ ਕਿਸ ਤਰ੍ਹਾਂ ਲਿੱਤਾ ਹੈ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਜਿਹੜੀ ਕੰਧ ਤੇ ਉਹ RPG ਹਿੱਟ ਹੋਇਆ ਹੈ ਉਹਦੇ ਬਿਲਕੁਲ ਸਾਹਮਣੇ ਤੋਂ, ਕਿਉਂਕਿ ਇਹ ਜਿਹੜੇ ਐਕਸਪਰਟ ਦੱਸਦੇ ਨੇ ਟੈਕਨੀਕਲ ਗੱਲਾਂ ਨੇ ਵਿਜੇ, ਇਹ ਸਮਝਣ ਦੀ ਲੋੜ ਹੈ ਕਿ ਕਿੱਥੋਂ ਉਹਨਾਂ ਨੇ ਟਾਰਗੇਟ ਕੀਤਾ ਹੈ। ਇਹ ਜਿਹੜੀ ਸਟੇਟ ਇੰਟੈਲੀਜੈਂਸ ਦਫ਼ਤਰ ਦੀ ਜਿਹੜੀ 3rd ਫਲੋਰ ਤੇ 41 ਨੰਬਰ ਕਮਰਾ ਹੈ, ਇਹਦੇ ਬਿਲਕੁਲ ਸਾਹਮਣੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਪਾਰਕਿੰਗ ਏਰੀਆ ਹੈ, ਯਾਨੀ ਕਿ ਖੁੱਲੀ ਪਾਰਕਿੰਗ ਏਰੀਆ, ਖੁੱਲਾ ਸਪੇਸ ਹੈ। ਉੱਥੇ ਜਾ ਕੇ ਸਾਰਾ ਸਰਚ ਕੀਤਾ ਗਿਆ, ਯਾਨੀ ਕਿ ਇੱਥੋਂ ਖੜ ਕੇ ਜਿਹੜੇ ਵੀ ਐਕਿਊਜ਼ ਸੀਗੇ, ਜਿਹੜੇ ਸਸਪੈਕਟ, ਜਿਹੜੇ ਦਹਿਸ਼ਤਗਰਦ ਸੀਗੇ, ਉਹਨਾਂ ਨੇ ਨਿਸ਼ਾਨਾ ਬਣਾਇਆ, ਯਾਨੀ ਕਿ ਉਹਨਾਂ ਦਾ ਜਿਹੜਾ ਨਿਸ਼ਾਨਾ ਹੈ ਉਹ ਠੀਕ ਤਰ੍ਹਾਂ ਨਹੀਂ ਬੈਠਿਆ, ਜਾਂ ਫਿਰ ਦੂਜਾ ਅਸੀਂ ਐਕਸੈਪਟ ਕਹਿ ਸਕਦੇ ਹਾਂ ਕਿ ਜਿਹੜਾ ਦੂਜਾ ਤਰੀਕਾ ਹੈ ਕਿ ਸਿਰਫ ਦਹਿਸ਼ਤ ਮਚਾਉਣਾ ਸੀਗਾ, ਇਹ ਵੀ ਕਹਿ ਸਕਦੇ, ਕਿਉਂਕਿ ਜਿਹੜੀ ਇਹ RPG ਹੈ ਇਹ ਟ੍ਰੇਨਡ ਬੰਦੇ ਹੁੰਦੇ, ਜਿਹੜੇ ਟ੍ਰੇਨਿੰਗ ਜਿਹਨੂੰ ਦਿੱਤੀ ਹੁੰਦੀ ਹੈ ਕਿ ਜਿਹੜੇ ਇਹ RPG ਯੂਜ਼ ਕਰਦੇ ਨੇ, ਜਿਹੜੀ ਵੀ ਟ੍ਰੇਨਿੰਗ ਹੁੰਦੀ ਹੈ, ਜਿਹੜਾ ਵਿਜੇ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ। ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਮਿਲਟਰੀ ਤੇ NIA ਤੇ ਪੰਜਾਬ ਦੀ ਇੰਟੈਲੀਜੈਂਸ ਪੁਲਿਸ ਇਹ ਸਾਰੀ ਚੀਜ਼ਾਂ ਨੂੰ ਐਗਜ਼ਾਮਿਨ ਕਰ ਰਹੀ ਹੈ ਕਿ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ, ਕਿੱਥੋਂ ਉਹਨਾਂ ਨੇ ਹਿੱਟ ਕੀਤਾ, ਇਹ ਜਿਹੜਾ RPG ਸੀਗਾ ਤੇ ਕਿੱਥੇ ਜਾ ਕੇ ਵੱਜਿਆ। ਕਿਉਂਕਿ ਜਿਹੜੀ ਸ਼ਿਕਾਇਤ 'ਚ ਸਾਰੀ ਚੀਜ਼ਾਂ ਜਿਹੜੀ ਲਿਖੀ ਹੋਈ ਹੈ ਕਿ ਰੂਮ ਨੰਬਰ 41 'ਚ ਇਸ ਤਰ੍ਹਾਂ ਦਾ ਜਿਹੜਾ ਧੂੰਆਂ ਨਿਕਲ ਰਿਹਾ ਸੀਗਾ ਤੇ ਸਮੈਲ ਕਾਫੀ ਸੀਗੀ, ਜਿਹੜਾ ਐਕਸਪਲੋਸਿਵ ਟਾਈਪ, ਜਿਹੜਾ DGP ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ। ਇਹ ਸਾਰਾ ਬਿਲਕੁਲ ਏਰੀਆ ਜਿਹੜਾ ਹੈ ਉਹ ਖਾਲੀ ਏਰੀਆ ਹੈ ਬਿਲਕੁਲ, ਯਾਨੀ ਕਿ 7:45 ਦੀ ਇਹ ਸਾਰੀ ਵਾਰਦਾਤ ਹੋਈ ਹੈ, ਯਾਨੀ ਕਿ ਪੂਰੀ ਰੈਕੀ ਕਰਨ ਤੋਂ ਬਾਅਦ ਇਹ ਚੀਜ਼ਾਂ ਹੋਈਆਂ। ਤੇ ਹੁਣ ਇੰਟੈਲੀਜੈਂਸ ਦੇ ਨਾਲ ਜਿਹੜੀ ਖੂਫੀਆ ਏਜੰਸੀ ਹੈ ਵਿਜੇ, ਉਹ ਵੀ ਹੁਣ ਆਪਣਾ ਕੰਮ ਕਰ ਰਹੀ ਹੈ ਤੇ ਲੀਡ ਬਹੁਤ ਵੱਡੀ ਹੈ ਪੁਲਿਸ ਕੋਲ ਇਸ ਟਾਈਮ। ਹਾਲਾਂਕਿ ਹਜੇ ਮੀਡੀਆ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਪੁਲਿਸ ਆਫੀਸਰ ਨਹੀਂ ਕਰਦਾ ਨਜ਼ਰ ਆ ਰਿਹਾ, ਲੇਕਿਨ ਜਲਦੀ ਇਹਦੇ ਵਿੱਚ ਕਈ ਖੁਲਾਸੇ ਹੋਣਗੇ ਕਿ ਜਿਹੜਾ ਸਸਪੈਕਟ ਹਿਰਾਸਤ 'ਚ ਲਿੱਤਾ ਹੈ ਅੰਬਾਲਾ ਤੋਂ, ਜਿਹਨੂੰ ਦੱਸਿਆ ਜਾ ਰਿਹਾ ਕਿ ਹਿਰਾਸਤ 'ਚ ਲੈ ਕੇ ਮੋਹਾਲੀ ਲਾਇਆ ਗਿਆ ਹੈ, ਮੋਹਾਲੀ 'ਚ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਸਟੇਟ ਇੰਟੈਲੀਜੈਂਸ ਹੈਡਕੁਆਟਰ ਦੇ ਪਿੱਛੇ ਇਹ ਜਿਹੜਾ ਸਾਰਾ ਇਨਸੀਡੈਂਟ ਹੋਇਆ ਉਹਨਾਂ ਦਾ ਮਕਸਦ ਕੀ ਸੀ, ਇੰਟੈਂਸ਼ਨ ਕੀ ਸੀ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਚੈਲੰਜ ਹੈ, ਪੁਲਿਸ ਨੂੰ ਚੁਣੌਤੀ ਹੈ, ਕੁਐਸਚਨ ਮਾਰਕ ਬਹੁਤ ਵੱਡਾ ਹੈ ਕਿ ਆਖਿਰ ਇਸ ਬਿਲਡਿੰਗ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਹੈ ਇੰਟੈਂਸ਼ਨ ਕੀ ਸੀ, ਕਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ। ਬਾਰ-ਬਾਰ ਇਹ ਵੀ ਗੱਲ ਨੂੰ ਪੁਲਿਸ ਲੈ ਕੇ ਚੱਲ ਰਹੀ ਹੈ ਕਿ ਹਰਵਿੰਦਰ ਸਿੰਘ ਰਿੰਦਾ ਦੀ ਅਸੀਂ ਗੱਲ ਕਰ ਰਹੇ ਸੀਗੇ, ਜਿੱਦਾਂ ਆਪਾਂ ਪਹਿਲਾਂ ਵੀ ਵਿਜੇ ਗੱਲ ਕੀਤੀ ਸੀ ਹਰਵਿੰਦਰ ਸਿੰਘ ਰਿੰਦਾ ਦੀ, ਕਿਉਂਕਿ ਕਰਨਾਲ 'ਚ ਜਿਹੜੇ ਆਤੰਕਵਾਦੀ ਅਰੈਸਟ ਹੋਏ, ਫਿਰ ਬੜੈਲ ਜੇਲ੍ਹ ਦਾ ਜਿਹੜਾ ਇਸ਼ੂ ਆਇਆ, ਹੋਰ ਵੀ ਕਈ ਚੀਜ਼ਾਂ 'ਚ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਸਾਹਮਣੇ ਆ ਰਿਹਾ ਹੈ ਕਿ ਉਹਦੀ ਇਨਵੋਲਵਮੈਂਟ ਜਿਹੜੀ ਹੋ ਸਕਦੀ ਹੈ। ਇਸ ਕੇਸ 'ਚ ਲੈ ਕੇ ਵੀ, ਇਸ ਕੇਸ ਨੂੰ ਵੀ ਲੈ ਕੇ ਜਿਹੜੇ ਪੁਲਿਸ ਅਫਸਰ ਦੱਸ ਰਹੇ ਨੇ ਕਿ ਉਸ ਐਂਗਲ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਕਿ ਰਿੰਦਾ ਦਾ ਕਨੈਕਸ਼ਨ ਹੋ ਸਕਦਾ ਹੈ
क्या ਰਿੰਦਾ ਦੇ ਕਹਿਣ ਤੇ ਇਹ ਸਾਰੀ ਚੀਜ਼ਾਂ ਹੋਈਆਂ। ਇਸ ਨੂੰ ਲੈ ਕੇ ਵੀ ਪੁਲਿਸ ਜਿਹੜਾ ਹੈ ਉਹ ਕੰਮ ਕਰ ਰਹੀ ਹੈ, ਕਿਉਂਕਿ ਜਿਹੜਾ ਗ੍ਰੇਨੇਡ ਇੱਥੇ ਬਰਾਮਦ ਹੋਇਆ ਹੈ, ਰਿਕਵਰ ਹੋਇਆ ਹੈ, ਇਹ ਜ਼ਿਆਦਾਤਰ ਜਿਹੜਾ ਹੈ ਇਹ ਗ੍ਰੇਨੇਡ ਯੂਜ਼ ਹੁੰਦੇ ਅਫਗਾਨਿਸਤਾਨ ਸਾਈਡ, ਪਾਕਿਸਤਾਨ ਸਾਈਡ ਜਾਂ ਫਿਰ ਬਾਰਡਰ ਏਰੀਆ ਜਿੱਥੇ ਹੁੰਦੇ ਆ। ਇੱਥੇ ਕਿਸ ਤਰ੍ਹਾਂ ਆਇਆ, ਉਹ ਜਿਹੜੇ ਚਲਾਨ ਵਾਲੇ ਹੁੰਦੇ ਆ ਵਿਜੇ, ਇਹ ਵੀ ਸਮਝਣ ਵਾਲੀ ਲੋੜ ਹੈ। ਟੈਕਨੀਕਲ ਦੀ ਆਪਾਂ ਗੱਲ ਕਰੀਏ ਕਿ ਜਿਹੜੇ ਚਲਾਨ ਵਾਲੇ ਹੁੰਦੇ ਆ ਉਹ ਟ੍ਰੇਨਿੰਗ ਹੁੰਦੇ, ਟ੍ਰੇਨਡ ਹੁੰਦੇ ਪਰਸਨ ਜਿਹੜੇ ਵੀ ਚਲਾਨ ਵਾਲੇ ਹੁੰਦੇ। ਯਾਨੀ ਕਿ ਹੁਣ ਅਚਾਨਕ ਤਾਂ ਬੰਦਾ ਮਾਰ ਕੇ ਭੱਜਦਾ ਨਹੀਂ ਹੈ। ਯਾਨੀ ਇਹ ਹੋਇਆ ਇਹ ਹੈ ਕਿ ਜਿਹੜੀ ਹੁਣ ਦੀ ਇਨਵੈਸਟੀਗੇਸ਼ਨ ਵਿੱਚ ਵੀ ਕਈ ਚੀਜ਼ਾਂ ਸਾਹਮਣੇ ਆਈ ਹੈ ਕਿ ਉਹਨਾਂ ਨੇ ਗੱਡੀ ਤੇ ਚਲਦੇ ਚਲਦੇ ਉਹਨਾਂ ਨੇ ਹਿੱਟ ਕੀਤਾ ਹੈ। ਯਾਨੀ ਕਿ ਉਹ ਜਿਹੜੇ ਵੀ ਅਕਿਊਜ਼ ਸੀਗੇ, ਜਿਹੜੀ ਵਾਈਟ ਕਲਰ ਦੀ ਸਵਿਫਟ ਗੱਡੀ ਦਾ ਨਾਂ ਆ ਰਿਹਾ ਬਾਰ-ਬਾਰ, ਉਸ ਗੱਡੀ 'ਚ ਚਲਦੇ ਚਲਦੇ ਉਹਨਾਂ ਨੇ ਹਿੱਟ ਕੀਤਾ ਹੈ ਤੇ ਪਾਰਕਿੰਗ ਸਪੇਸ ਤੋਂ ਹਿੱਟ ਕਰਕੇ ਉਹ ਫਟਾਫਟ ਉੱਥੋਂ ਭੱਜ ਗਏ। ਯਾਨੀ ਕਿ ਉਹਨਾਂ ਨੇ ਟਾਈਮ ਨਹੀਂ ਲਾਇਆ, ਕਿਉਂਕਿ ਜਦ ਵੀ ਇਹ ਵਾਰਦਾਤ ਹੋਈ, ਹਿੱਟ ਹੋਇਆ, ਉਸ ਤੋਂ ਬਾਅਦ ਉੱਥੋਂ ਭੱਜ ਗਏ। ਫਿਰ ਬਾਅਦ 'ਚ ਦਹਿਸ਼ਤ ਦਾ ਮਾਹੌਲ ਹੋਇਆ, ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ, ਉਸ ਤੋਂ ਬਾਅਦ ਐਸਆਈ ਜਿਹੜੇ ਬਲਕਾਰ ਸਿੰਘ ਨੇ ਸਿਕਿਉਰਿਟੀ ਇੰਚਾਰਜ, ਉਹਨਾਂ ਨੇ ਸਾਰਾ ਕੰਪਲੇਂਟ ਦਿੱਤੀ। ਉਸ ਤੋਂ ਬਾਅਦ ਜਿਹੜਾ ਵੀ ਇਨਸੀਡੈਂਟ ਹੋਇਆ ਅਸੀਂ ਸਾਰਾ ਕਵਰੇਜ ਕੀਤਾ ਹੈ ਗਰਾਊਂਡ ਜ਼ੀਰੋ ਤੇ, ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੇ ਹੁਣ ਜਿਹੜੀ ਅਪਡੇਟ ਆ ਰਹੀ ਹੈ ਕਿ ਹੁਣ ਐਨਆਈਏ ਦੇ ਨਾਲ ਜਿਹੜੇ ਵੀ ਮਿਲਟਰੀ ਦੇ ਆਫੀਸਰਸ ਨੇ, ਉਹਨਾਂ ਨੇ ਵੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਹੁਣ ਇਹਦੇ ਵਿੱਚ ਐਕਸਪਲੋਸਿਵ ਸਾਹਮਣੇ ਆਇਆ ਹੈ, ਆਰਪੀਜੀ ਦੀ ਗੱਲ ਸਾਹਮਣੇ ਆਈ ਹੈ। ਇੱਕ ਚੀਜ਼ ਤੇ ਬੜੀ ਸਪਸ਼ਟ ਹੈ, ਜ਼ਾਹਿਰ ਤੌਰ ਤੇ ਇੱਕ ਚੀਜ਼ ਤੇ ਬੜੀ ਸਪਸ਼ਟ ਹੈ, ਜੇ ਐਨਆਈਏ ਵਿੱਚ ਇਨਵੋਲਵ ਹੋ ਗਈ, ਜਿਸ ਤਰੀਕੇ ਨਾਲ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਰਿੰਦਾ ਦਾ ਜ਼ਿਕਰ ਆ ਰਿਹਾ ਹੈ, ਟੈਰਰ ਮੋਡਿਊਲ ਦਾ ਜ਼ਿਕਰ ਆ ਰਿਹਾ ਹੈ, ਯਾਨੀ ਇਹ ਟੈਰਰ ਅਟੈਕ ਤੇ ਹੈ। ਦੇਖੋ ਇਹਦੇ 'ਚ ਕੋਈ ਦੋਰਾਹਾ ਨਹੀਂ ਹੈ ਵਿਜੇ। ਜੇ ਆਪਾਂ ਪਿਛਲੀ ਬੈਕਗ੍ਰਾਉਂਡ ਚੱਕ ਲਈਏ, ਤੁਸੀਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਦੋ ਪਹਿਲੂ ਦੱਸਦੇ ਆ, ਗੈਂਗਸਟਰ ਤੇ ਟੈਰਰਿਸਟ ਐਕਟੀਵਿਟੀ। ਇਹ ਗੈਂਗਸਟਰ ਤੇ ਟੈਰਰਿਸਟ ਐਕਟੀਵਿਟੀ ਜੇ ਆਪਾਂ ਮਿਲਾ ਕੇ ਦੇਖੀਏ ਤਾਂ ਦੋਨੋਂ ਸੇਮ ਹੈ। ਅੱਜ ਕੱਲ ਜਿਹੜੇ ਵੀ ਗੈਂਗਸਟਰ ਫੜੇ ਜਾਂਦੇ ਉਹਨਾਂ ਕੋਲੋਂ ਇਲੀਗਲ ਵੈਪਨ ਜਾਂ ਫਿਰ ਡਰੱਗਸ ਦੀ ਅਸੀਂ ਗੱਲ ਕਰੀਏ, ਡਰੱਗਸ ਵੀ ਉਹਨਾਂ ਕੋਲੋਂ ਬਰਾਮਦ ਹੁੰਦੀ ਹੈ, ਇਲੀਗਲ ਵੈਪਨ ਵੀ ਉਹਨਾਂ ਕੋਲੋਂ ਬਰਾਮਦ ਹੁੰਦੇ ਆ, ਜਿਹੜੇ ਵੀ ਗੋਲਾ ਬਾਰੂਦ ਜਿਹੜੀ ਆਪਾਂ ਗੱਲ ਕਰੀਏ ਉਹਨਾਂ ਤੋਂ ਬਰਾਮਦ ਹੁੰਦੇ। ਤਾਂ ਟੈਰਰਿਸਟ ਐਕਟੀਵਿਟੀ ਨੂੰ ਗੈਂਗਸਟਰਾਂ ਦੇ ਨਾਲ ਜੋੜ ਕੇ ਵੀ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ, ਜਿਹੜਾ ਲਾਅ ਐਂਡ ਆਰਡਰ ਹੈ, ਉਹ ਕਿਤੇ ਨਾ ਕਿਤੇ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਜਿਹੜੀ ਸ਼ਾਂਤੀ ਹੈ, ਉਹ ਜ਼ਰੂਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਕਿਤੇ ਨਾ ਕਿਤੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਲੱਗੀ ਹੋਈ ਹੈ। ਵੱਡੀ ਲੀਡਸ ਪੁਲਿਸ ਕੋਲ ਹੈ, ਜਿਹੜੀ ਜਾਣਕਾਰੀ ਡੀਜੀਪੀ ਵੱਲੋਂ ਦਿੱਤੀ ਗਈ ਹੈ। ਹੋਰ ਵੀ ਸਾਡੇ ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਬਹੁਤ ਵੱਡੀ ਲੀਡ ਹੈ ਪੁਲਿਸ ਕੋਲ ਤੇ ਜਲਦੀ ਇਹਦਾ ਖੁਲਾਸਾ ਜਿਹੜਾ ਹੈ ਉਹ ਕਰਨਗੇ। ਠੀਕ ਹੈ ਵਿਜੇ, ਠੀਕ ਹੈ, ਧੰਨਵਾਦ ਮਨੋਜ। ਫਿਲਹਾਲ ਇਸ ਜਾਣਕਾਰੀ ਦੇ ਲਈ ਤਾਂ ਪੁਲਿਸ ਦੇ ਕੋਲ ਲੀਡ ਹੈ, ਪਰ ਪੁਲਿਸ ਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ, ਪੁਲਿਸ ਉਹ ਕੋਈ ਵੀ ਜਾਣਕਾਰੀ ਐਸੀ ਸਾਂਝੀ ਨਹੀਂ ਕਰ ਸਕਦੀ। ਸਿਰਫ ਮੋٹے ਤੌਰ ਤੇ ਜਾਣਕਾਰੀ ਨਿਕਲ ਕੇ ਆਉਂਦੀ ਹੈ ਕਿ ਹਾਂ ਪੁਲਿਸ ਨੇ ਕਿਸੇ ਨੂੰ ਰਾਉਂਡ ਅਪ ਕੀਤਾ ਔਰ ਉਸ ਕੋਲੋਂ ਅੱਗੇ ਜਾਣਕਾਰੀਆਂ ਨਿਕਲ ਰਹੀਆਂ ਨੇ, ਜਿਸ ਦੇ ਬਿਨਾਂ ਤੇ ਅੱਗੇ ਪੁਲਿਸ ਜਿਹੜੀ ਹੈ ਆਪਣੀ ਕਾਰਵਾਈ ਨੂੰ ਅੱਗੇ ਵਧਾ ਰਹੀ ਹੈ। ਸੋ ਇਹ ਜਾਣਕਾਰੀਆਂ ਜਿਹੜੀਆਂ ਨੇ ਇਹ ਨਿਕਲ ਕੇ ਆ ਰਹੀਆਂ ਨੇ ਇੱਕ ਇੱਕ ਕਰਕੇ। ਬਾਕੀ ਕੰਪਲੀਟ ਜਿਹੜੀ ਜਾਣਕਾਰੀ ਹੈ ਉਹ ਖੁਦ ਪੰਜਾਬ ਪੁਲਿਸ ਹੀ ਦੇਗੀ ਜਦੋਂ ਪੂਰਾ ਉਹਨਾਂ ਨੇ ਇਹ ਨੈਟਵਰਕ ਕ੍ਰੈਕ ਕਰ ਲਿਆ। ਵੈਸੇ ਪੰਜਾਬ ਦੇ ਡੀਜੀਪੀ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕੀ ਕਿਹਾ ਸੀ ਜਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਬਿਆਨ ਹੈ ਇਸ ਬਾਬਤ, ਉਹ ਤੁਹਾਨੂੰ ਸੁਣਾਉਂਦੇ ਹਾਂ। इंसिडेंट हुआ है यहाँ पर इंटेलिजेंस हेडक्वार्टर में, उसको लेके आज हमने एक मीटिंग की है। इंटेलिजेंस के ऑफिसर हैं और ज़िला पुलिस के एसएसपी साहब और डीआईजी साहब हैं। इस केस को ट्रेस करने के लिए हम लोग पूरे एफर्ट्स कर रहे हैं। हमारे पास लीड हैं और जल्दी ही हम इस केस को सॉल्व कर लेंगे। अभी इन्वेस्टिगेशन चल रहा है, जब भी होगा आपको बता दिया जाएगा। लेकिन सर पहले टेरर अटैक क्यों नहीं कहा गया, बाद में क्यों कह रहे हैं टेरर अटैक है, क्या थोड़ा एक्सप्लेन कर दीजिए। देखिए, इसमें जैसा भी अटैक निकलेगा आपको बता देंगे। मेन ये है कि आपको पता ही है कि एक प्रोजेक्टाइल ने हिट किया है और उसमें जो एक्सप्लोजिव इस्तेमाल हुआ है वो TNT लग रहा है। बाकी इसमें जिस तरीके से इंसिडेंट हुआ है शाम के टाइम, उस टाइम कमरे में कोई नहीं था और इम्पैक्ट दीवार पे आया, इसलिए नुकसान कोई नहीं हुआ है। और लेकिन ये चैलेंज है और हम इसको इस केस को सॉल्व करने के लिए पूरे कोशिश कर रहे हैं और जल्दी सॉल्व। काफ़ी अरसे तो पंजाब ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਦੇਸ਼ ਦੇ ਦੁਸ਼ਮਣਾਂ ਵੱਲੋਂ ਹੁੰਦੀਆਂ ਰਹਿੰਦੀਆਂ ਨੇ ਔਰ ਪੰਜਾਬ ਦਾ ਜਿਹੜਾ ਭਾਈਚਾਰਾ ਉਹ ਇੰਨਾ ਮਜ਼ਬੂਤ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨੂੰ ਉਹ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੁੰਦੇ। ਕੱਲ ਰਾਤ ਜੋ ਮੋਹਾਲੀ ਦੇ ਵਿੱਚ ਘਟਨਾ ਹੋਈ ਹੈ, ਮੈਂ DGP ਸਾਹਿਬ ਨਾਲ ਸਾਰੇ
ਇੰਟੈਲੀਜੈਂਸ ਦੇ ਅਫਸਰਾਂ ਨਾਲ ਮੀਟਿੰਗ ਲਈ ਹੈ ਔਰ ਸਾਰਾ ਡਿਟੇਲ ਜਿਹੜੀ ਹੈ ਉਹ ਨਿਕਲ ਰਹੀ ਹੈ ਤੇ ਜੜ੍ਹਾਂ ਤੱਕ ਪਹੁੰਚ ਜਾਵਾਂਗੇ। ਤੇ ਮੈਂ ਇਹੀ ਵਾਰ-ਵਾਰ ਕਹਿਣਾ ਚਾਹੁੰਦਾ ਤੁਹਾਡੇ ਜਰੀਏ ਕਿ ਜਿਹਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਬਖਸ਼ਿਆ ਨਹੀਂ ਜਾਊਗਾ, ਸਖਤ ਤੋਂ ਸਖਤ ਸਜ਼ਾ ਮਿਲੂਗੀ।